ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਾਰਿਆ ਜਹਾਨ ਲਿਹਾਵ ਮਾਨ, ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋਂ ਧਨ ਕਿਹਾ, ਤਿਨ ਜਮ ਨੇੜ ਨ ਆਇਆ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ 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 ਗਾਵੋ, ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ 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 ਗਾਵੋ, ਗੁਰਬਾਣੀ। ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤੇ ਨਾ ਸਮਾਣੀ। ਪੀਵੋ ਅੰਮ੍ਰਿਤ ਸਦਾਰੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਓ, ਇਹੋ ਸੱਚੀ ਬਾਣੀ। ਸੁਣ ਵਡ ਭਾਗੀਆ, ਹਰਿ ਅੰਮ੍ਰਿਤ ਬਾਣੀ ਰਾਮ। ਉੱਚ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰੇ, ਬਿਨ ਸੇ ਪਾਪ ਕਨੇਰੇ। ਪਸ਼ੂ ਪਰੇਦ ਮੁਕਤ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਪ੍ਰੇਮੀ ਮਾਈ ਭਾਈ, ਜੋ ਵੀ ਦੂਰੋਂ ਨੇੜਿਓਂ ਚੱਲ ਕਰਕੇ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ, ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਦੇ ਵਾਸਤੇ ਸੋ ਸਤਿਗੁਰਾਂ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ, ਜਿੱਥੇ ਪਰਸੋਂ ਤੋਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨੁਸਾਰ ਖੰਡ ਜਾਪ ਪ੍ਰਾਰੰਭ ਕਰਵਾਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਸੰਪੂਰਨ ਭੋਗ ਪਾਏ ਗਏ। ਉਸ ਤੋਂ ਉਪਰੰਤ ਆਪ ਸਾਰੇ ਪ੍ਰੇਮੀ ਮਾਈ ਭਾਈ ਸਤਿਗੁਰਾਂ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕਾਫੀ ਸਮੇਂ ਤੋਂ ਸਤਿਗੁਰੂ ਨਿੱਘੀ ਗੋਦ ਦੇ ਵਿੱਚ ਬੈਠ ਕਰਕੇ ਗੁਰਬਾਣੀ ਦਾ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਬਣਾਉਣਾ ਕੀਤਾ ਹੈ।
ਸੋ ਆ ਬਹੁਤ ਉੱਤਮ ਕਰਮਾਂ ਵਾਲੇ ਹੋ। ਸੋ ਸਾਧ ਸੰਗ ਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਪੰਥ ਨੂੰ ਜਾਗਦੀ ਜੋਤ ਗੁਰਬਾਣੀ ਦੇ ਲੜ ਲਾਉਣਾ ਕੀਤਾ ਹੈ, ਕਿਉਂਕਿ ਸਾਡੇ ਦਸੇ ਗੁਰੂ ਸਾਹਿਬਾਨਾਂ ਨੇ ਸੋ ਸਾਧ ਸੰਗ ਗੁਰਬਾਣੀ ਦਾ ਜਿੱਥੇ ਆਪ ਸਤਿਕਾਰ ਕੀਤਾ ਹੈ, ਉੱਥੇ ਗੁਰਸਿੱਖਾਂ ਵਾਸਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਹੁਕਮ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਬਾਣੀ ਦੀ ਬਾਤ ਭਾਈ ਲਾਲੋ ਨੂੰ ਸੰਬੋਧਨ ਕਰਕੇ ਵਚਨ ਕਰਦੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਫਿਰ ਭਾਈ ਲਾਲੋ ਅਸੀਂ ਆਪਣੇ ਕੋਲੋਂ ਬਾਣੀ ਉਚਾਰ ਨਹੀਂ ਕਰਦੇ, ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੁੰਦਾ ਹੈ, ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਨਾਉ ਜੀਓ। ਉਸੇ ਤਰ੍ਹਾਂ ਦੀ ਅਸੀਂ ਬਾਣੀ ਉਚਾਰਨ ਕਰਦੇ। ਫਿਰ ਬਾਣੀ ਸੁਣਦਾ ਕਿੱਡਾ ਮਹਾਤਮ ਸਤਿਗੁਰੂ ਜੀ ਨੇ ਦੱਸਿਆ। ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਸਾਧ ਸੰਗ 4 ਪੌੜੀਆਂ ਸੁਣਦੇ ਮਹਾਤਮ ਦੀਆਂ ਦੱਸੀਆਂ। ਸੁਣਿਆ ਸਿੱਧ ਪੀ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦਾ ਸਾਰਿਆਂ ਦਾ ਨਾਸ ਹੋ ਜਾਂਦਾ ਹੈ ਜਦੋਂ ਸ਼ਰਧਾ ਭਾਵਨਾ ਦੇ ਨਾਲ ਬਾਣੀ ਨੂੰ ਸੁਣਿਆ ਜਾਂਦਾ ਹੈ। ਇਸੇ ਬਾਣੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚੀ ਬਾਣੀ ਸ਼੍ਰੋਮਣੀ ਬਾਣੀ ਦਾ ਸਾਧ ਸੰਗ ਖਿਤਾਬ ਦਿੱਤਾ ਹੈ। ਹੁਕਮ ਕੀਤਾ ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾਰੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਗੁਰਸਿੱਖ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਕਿ ਗੁਰਸਿੱਖੋ ਸਦਾ ਵਾਸਤੇ ਬਾਣੀ ਨੂੰ ਪੜ੍ਹਨਾ ਸੁਣਨਾ ਹੈ। ਜਦੋਂ ਤੁਸੀਂ ਸਦਾ ਵਾਸਤੇ ਗੁਰਬਾਣੀ ਨੂੰ ਪੜ੍ਹੋ ਸੁਣੋਗੇ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਚਨ ਕਰਦੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਸੱਚੀ ਬਾਣੀ ਨੂੰ ਸੁਣਿਆ ਦੁੱਖ ਸਾਰੇ ਸੋਡੇ ਕੱਟੇ ਜਾਣੇ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਗੁਰਸਿੱਖਾਂ ਵਾਸਤੇ ਇਹੀ ਹੁਕਮ ਕਰਦੇ, ਸਾਧ ਸੰਗ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵੇਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਫਿਰ ਨਾਮ ਬਾਣੀ ਦਾ ਅਭਿਆਸ ਕਰਨਾ, ਫਿਰ ਦਿਨੇ ਆਪਣਾ ਘਰ ਦਾ ਕਾਰੋਬਾਰ ਵੀ ਕਰਨਾ, ਕਾਰੋਬਾਰ ਕਰਦਿਆਂ ਹੋਇਆਂ ਬਾਣੀ ਦਾ ਨਿਤਨੇਮ ਕਰਨਾ, ਪਰਮੇਸ਼ਰ ਦਾ ਸਿਮਰਨ ਕਰਨਾ। ਫਿਰ ਜਿਹੜਾ ਇਸ ਤਰ੍ਹਾਂ ਕਰੇਗਾ, ਸਤਿਗੁਰੂ ਜੀ ਕਹਿੰਦੇ ਭਾਈ ਉਹ ਸਿੱਖ ਗੁਰੂ ਨੂੰ ਭਾ ਜਾਵੇਗਾ। ਉਹ ਸਿੱਖ ਫਿਰ ਗੁਰੂ ਨੂੰ ਚੰਗਾ ਲੱਗੇਗਾ ਜਿਹੜਾ ਸਿੱਖ ਸਾਧ ਸੰਗ ਗੁਰੂ ਦੇ ਵਚਨ ਨੂੰ ਮੰਨਦਾ ਹੈ। ਸੋ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬੜਾ ਉਦਮ ਉਪਰਾਲਾ ਕਰਕੇ ਸੋ ਸਾਧ ਸੰਗਤ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ 4 ਗੁਰੂ ਸਾਹਿਬਾਨਾਂ ਦੀ ਬਾਣੀ ਤਰਤੀਬ ਵੱਲ ਲਿਖਵਾਈ। 5ਵੀਂ ਜਗ੍ਹਾ ਆਪ ਆਪਣੀ ਬਾਣੀ ਉਚਾਰਨ ਕਰਕੇ, ਜਿਸ ਤਰ੍ਹਾਂ ਸੁਖਮਨੀ ਸਾਹਿਬ ਸਾਧ ਸੰਗ ਬਾਣੀ ਜੋ ਸੁੱਖਾਂ ਨੂੰ ਦੇਣ ਵਾਲੀ ਹੈ। ਜੇ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਕੀਤਿਆਂ ਧੰਨ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲੇ ਵਚਨ ਕਰਦੇ ਕਿ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ, ਉਹਦੇ ਭਾਈ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ। ਜਿਹੜਾ ਗੁਰਸਿੱਖ ਸ਼ਰਧਾ ਭਾਵਨਾ ਦੇ ਨਾਲ 2 ਪਾਠ ਕਰਦਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਿਨਾਂ ਨਾਂਗਾ, ਉਹਨੂੰ ਮਹੀਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਠ ਦਾ ਫਲ ਪ੍ਰਾਪਤ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਧ ਸੰਗ ਗੁਰੂ ਸਾਹਿਬਾਨਾਂ ਦੀ ਬਾਣੀ ਤਰਤੀਬ ਵੱਲ ਲਿਖੀ, ਉੱਥੇ ਉਹਨਾਂ 15 ਭਗਤਾਂ ਦੀ ਬਾਣੀ ਵੀ ਦਰਜ ਕਰਵਾਈ। ਜਿਹੜੇ 15 ਭਗਤ ਦੁਨੀਆ ਦੀ ਨਿਗਾਹ ਦੇ ਸਾਧ ਸੰਗਤ ਗਰੀਬ ਸਨ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ
ਉਹ ਚੌਂਕੁਟ ਮਨ, ਜਿਨ੍ਹਾਂ ਨੂੰ ਜਾਣਦਾ ਕੋਈ ਨਹੀਂ ਸੀ, ਪਰ ਜਦੋਂ ਉਹਨਾਂ ਨੇ ਨਾਮ ਦੀ ਕਮਾਈ ਕੀਤੀ, ਉਹਨਾਂ ਦੀ ਬਾਬਤੀ ਸਤਿਗੁਰੂ ਜੀ ਕਥਨ ਕਰਦੇ, ਗੋਵਿੰਦ 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 ਸੰਗ ਨਾਮ ਦਿਓ ਮਲ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਸੋ ਸਾਧ ਸੰਗ ਲੱਖਾਂ ਦੇ ਬਣ ਗਏ, ਜਿਨ੍ਹਾਂ ਨੂੰ 72 ਵਾਰ ਪਰਮੇਸ਼ਰ ਨੇ ਪ੍ਰਤੱਖ ਰੂਪ ਵਿੱਚ ਸਾਧ ਸੰਗ ਦਰਸ਼ਨ ਦਿੱਤੇ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਧ ਸੰਗ ਦਰਜ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ ਦੀ ਬਾਤ ਕਥਨ ਕਰਦੇ, ਬੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰ। ਭਗਤ ਕਬੀਰ ਜੀ ਨੇ ਸਾਧ ਸੰਗ ਜਲਾਹਿਆਂ ਦੇ ਘਰੇ ਜਨਮ ਲੈ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਕੀਤੀ, ਭਗਤੀ ਕੀਤੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸਾਧ ਸੰਗ ਪਰਮੇਸ਼ਰ ਦਾ ਰੂਪ ਬਣ ਗਏ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਧ ਸੰਗ ਸਾਰੇ ਭਗਤਾਂ ਤੋਂ ਜ਼ਿਆਦਾ ਦਰਜ ਹੈ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੀ ਬਾਤ ਕਥਨ ਕਰਦੇ, ਰਵਿਦਾਸ ਢੋਹੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹ ਭਗਤ ਰਵਿਦਾਸ ਜੀ ਸਾਧ ਸੰਗਤ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਭਗਤੀ ਕੀਤੀ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਧ ਸੰਗ ਦਰਜ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਵਚਨ ਕਰਦੇ, ਸੈਣ ਨਾਈ ਬੁਤਕਾਰੀਆ ਹੋ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਸੈਣ ਭਾਗ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦਾ ਨਾਮ ਵੀ ਭਗਤਾਂ ਦੇ ਵਿੱਚ ਗਿਣਿਆ ਗਿਆ, ਉਹਨਾਂ ਦੀ ਬਾਣੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗ ਦਰਜ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਵਚਨ ਕਰਦੇ, ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਉਹ ਧੰਨਾ ਭਗਤ ਜੀ ਜਿਨ੍ਹਾਂ ਨੂੰ ਪਹਿਲੇ ਦਿਨ ਹੀ ਪਰਮੇਸ਼ਰ ਨੇ ਪ੍ਰਤੱਖ ਰੂਪ ਦੇ ਸਾਧ ਸੰਗ ਦਰਸ਼ਨ ਦਿੱਤੇ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਧ ਸੰਗ ਦਰਜ। ਭਾਵ ਕਿ ਉਹਨਾਂ 15 ਭਗਤਾਂ ਦੀ ਬਾਣੀ ਜਿਹੜੇ ਲਹਿਦਾ ਜਾਤਾਂ ਦੇ ਨਾਲ, ਲਹਿਦਾ ਧਰਮ ਮਜਮਾ ਦੇ ਨਾਲ ਸਾਧ ਸੰਗ ਸੰਬੰਧਿਤ ਸਨ, ਉਹਨਾਂ ਦੀ ਬਾਣੀ ਸਤਿਗੁਰੂ ਜੀ ਨੇ ਦਰਜ ਕੀਤੀ ਹੈ। ਭੱਟਾਂ ਦੀ ਬਾਣੀ ਦਰਜ ਕੀਤੀ, 4 ਗੁਰਸਿੱਖਾਂ ਦੀ ਬਾਣੀ ਦਰਜ ਕਰਵਾਈ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਸਰੂਪ ਤਿਆਰ ਹੋ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਕਿ ਹੁਣ ਇਹਦੀ ਸੇਵਾ, ਇਹਦੀ ਡਿਊਟੀ ਕਿਹਨੂੰ ਦਿੱਤੀ ਜਾਵੇ। ਸੋਚ ਸਮਝ ਕੇ ਜੋ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਬੜਾ ਮਾਣ ਸਤਿਕਾਰ ਸੀ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਘਰ ਦੀ ਸੇਵਾ ਸਾਧ ਸੰਗ ਕਰਦੇ ਆ ਰਹੇ ਸਨ, ਜਿਨ੍ਹਾਂ ਦੀ ਉਸ ਸਮੇਂ 98 ਸਾਲ ਦੀ ਉਮਰ ਸੀ। ਸੋ ਜਿਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਸੋ ਸਾਧ ਸੰਗ ਸੇਵਾ ਬਖਸ਼ੀ। ਫਿਰ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਕਿੱਥੇ ਪ੍ਰਕਾਸ਼ ਕੀਤੇ ਜਾਣ। ਉਹ ਹਰਿਮੰਦਰ ਸਾਹਿਬ, ਜਿਸ ਹਰਿਮੰਦਰ ਸਾਹਿਬ ਦਾ ਨਿਊ ਪੱਥਰ ਸਾਈਂ ਮੀਆਂ ਮੀਰ ਤੋਂ ਰਖਵਾਇਆ, ਜਿਹਦੇ 4 ਦਰਵਾਜ਼ੇ ਗੱਲ ਦਾ ਪ੍ਰਤੀਕ ਹਨ ਕਿ ਗੁਰੂ ਘਰ ਦੇ ਵਿੱਚ ਸਾਧ ਸੰਗ ਕੋਈ ਮਰਜ਼ੀ ਆ ਸਕਦਾ ਹੈ, ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਜਾਤੀ ਦਾ, ਸਾਰਿਆਂ ਵਾਸਤੇ ਗੁਰੂ ਘਰ ਦੇ ਦਰਵਾਜ਼ੇ ਸਾਧ ਸੰਗ ਖੁੱਲ੍ਹੇ। ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੋ ਸਾਧ ਸੰਗਤ ਪੰਗਤ ਬਣਾਈ, ਪਹਿਲੇ ਪੰਗਤ ਪਾਛੈ ਸੰਗਤ, ਕਿ ਜਿਹਨੇ ਸਾਡੇ ਦਰਸ਼ਨ ਕਰਨੇ ਹੈ ਸੋ ਸਾਧ ਸੰਗ ਗੁਰੂ ਕਾ ਲੰਗਰ ਛਕੇ, ਉਸ ਤੋਂ ਬਾਅਦ ਫਿਰ ਸਾਡੇ ਦਰਸ਼ਨ ਹੋਣਗੇ। ਇਸੇ ਤਰ੍ਹਾਂ ਸਾਧ ਸੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਬੜੀ ਤਿਆਰੀ ਕੀਤੀ ਗਈ। ਸੰਗਤਾਂ ਦਾ ਬੜਾ ਭਾਰੀ ਸਾਧ ਸੰਗ ਇਕੱਠ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਬਾਬਾ ਬੁੱਢਾ ਜੀ ਨੂੰ ਚੁਕਾਉਣੇ ਕੀਤੇ ਅਤੇ ਆਪ ਸਤਿਗੁਰਾਂ ਨੇ ਸਾਧ ਸੰਗ ਚੌਰ ਲੈ ਕਰਕੇ ਸਾਧ ਸੰਗ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਲਿਜਾਏ ਗਏ। ਬੜੇ ਆਦਰ ਸਤਿਕਾਰ ਦੇ ਨਾਲ ਪ੍ਰਕਾਸ਼ ਕੀਤੇ ਗਏ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਹੁਕਮਨਾਮਾ ਸੁਣਾਓ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨੀ ਕੀਤੀ। ਫਿਰ ਸੰਗਤਾਂ ਨੇ ਨਮਸਕਾਰ ਕੀਤੀ। ਬਾਬਾ ਬੁੱਢਾ ਜੀ ਨੇ ਸਾਧ ਸੰਗ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਹੁਕਮਨਾਮਾ ਲਿਆ। ਹੁਕਮਨਾਮਾ ਕੀ ਆਇਆ, ਸੂਹੀ ਰਾਗ ਦੇ ਵਿੱਚੋਂ
ਸੰਤਾਂ ਕੀ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਆਪ ਖਲੋਇਆ ਜੀ ਕਾਰਜ ਸੰਤਾਂ ਦੇ, ਆਪ ਖਲੋਇਆ ਜੀ ਕਾਰਜ ਸੰਤਾਂ ਦੇ। ਆਪ ਖਲੋਇਆ ਜੀ ਕਾਰਜ ਸੰਤਾਂ ਦੇ, ਆਪ ਖਲੋਇਆ ਜੀ ਕਾਰਜ ਸੰਤਾਂ ਦੇ। इस तरह साध संत संतां के कारज आप खलोआ, हर काम करावण आया राम। धन गुरु अर्जन देव महाराज सच्चे पातशाह जी कितना बाणी का सत्कार आप कर रहे ने। हुण जिथे सतगुरु जी आप राम बस होया करदे, सारी ड्यूटी बाबा बूढ़ा जी नूं साध संग समझाउणी कीती। हुण साध संग उत्थे गुरसिखां ने एक पलंगा होर डाह दिता। सतगुरु जी जदों आराम करन वास्ते गए, की तकिया कि दो पलंगे डाहे होए। सतगुरु जी कहन लगे, गुरसिखो साडा पलंगा चुक दिओ। कहन लगे, महाराज की गल? धन गुरु अर्जन देव महाराज सच्चे पातशाह कहन लगे, गुरसिखो ये बाणी भाई सचखंड धुर दरगाह दे विचों आई है। धन गुरु अर्जन देव महाराज सच्चे पातशाह इस बाणी नूं धुर की बाणी का खिताब दे रहे ने। परमेश्वर दिता वन्ना, दुख रोग का डेरा भन्ना, अंध करे नर नारी, हर हर प्रभ कृपा धारी। संत हो सुख होआ सब थाई, पार ब्रह्म पूर्ण परमेश्वर रव रहा सब नहीं जाए। ये धुर की बाणी आई, तिन सगली चिंत मटाई। दयाल पुरख मेहरबाना, हर नानक साच वखाना। सतगुरु जी कहण लगे, गुरसिखो ये बाणी सचखंड धुर दरगाह दे विचों आई। ये बाणी का जितना भी सत्कार किया जा उतना ही थोड़ा है। सतगुरु जी कहन लगे, साडा आसन भूंजे लाउणा अज तो, अते गुरु ग्रंथ साहिब महाराज सच्चे पातशाह दे स्वरूप पलंगे ते विराजमान करने। इस तरह साध संग मर्यादा चलाई। सतगुरु जी आ बाणी का कितना सत्कार कर रहे ने अते गुरसिखां वास्ते भी यही उपदेश बख्श रहे हैं। इसी तरह मेरी पीर दे मालक सतगुरु सच्चे पातशाह जी कितना बाणी का सत्कार करते सन। साध संग दीवान सजिया होया श्री हरगोबिंदपुरा साहिब, जिथे सतगुरां ने तीजा जंग समाप्त किया। संगतां साध संग सतगुरां दे दर्शन करने वास्ते आ रही ने। हुण उस समय जदों कीर्तन की समाप्ति होई, मेरी पीर दे मालक सतगुरु सच्चे पातशाह जी कहण लगे, गुरसिखो सानू भाई श्री जपजी साहिब का पाठ सुणाओ। हुण जदों ये वचन किया, साध संग भाई गोपाला अपनी जगह तो उठिया, सतगुरां नूं आ करके नमस्कार कीते। कहण लगे, महाराज कृपा करो, आप जी ने वचन किया है कि श्री जपजी साहिब का पाठ सुणाओ। सो सतगुरां ने बाणी के सत्कार नूं मद्देनज़र रखदिआं होइआं अपनी नाल ही उच्ची जगह चंदन की चौंकी डसा के उत्ते साध संग चंगी सुंदर बिछाई करवाई। सतगुरु जी कहने लगे, गुरसिखा इत्थे बैठ के सानू श्री जपजी साहिब का पाठ सुना। भाई गोपाला कहने लगे, महाराज आप नीवी जगह, मैं उच्ची जगह किस तरह बैठ सकदा। सतगुरु जी कहने लगे, गुरसिखा असीं भाई बाणी का सत्कार कर रहे हैं। बाणी का जितना भी सत्कार किया जाए उतना ही थोड़ा है, तू वचन मन। साध संग भाई गोपाला बैठ गया, नेत्र बंद कीते, चौंकड़ा मारिया। जो तरीका सानू धन गुरु अर्जन देव महाराज बाणी विच बचन करते हैं, प्रभ की उस्तत करो संत मीत, सावधान एकाग्र चीत, कि मन नूं एकाग्र करना, आलस तो सावधान होना। इस तरह भाई गोपाल ने श्री जपजी साहिब का पाठ शुरू कर लिया। सारी संगत सुन रही है, सतगुरु सच्चे पातशाह जी सुन रहे ने। सतगुरु सच्चे पातशाह ने सोचा कि भाई गोपाला निस्फुरने हो करके सानू जपजी साहिब का पाठ सुना रहे, ये बदले नूं दिता की जावे। सतगुरां ने सोचा कि इहनूं गुरता गद्दी का तिलक ही बख्श दिंदे। साध संग उठण नूं तैयार होए, सतगुरु जी चौंकड़ा हिलाया। उधरों की होया, भाई गोपाले दे मन दे विच साध संग घोड़े का ख्याल आ गया।
कि भाई सुभागा काबल दे विचों 5 घोड़े लैके आया सी। ਇਹ ਘੋੜਾ ਸਤਿਗੁਰਾਂ ਨੇ ਆਪਣੀ ਸਵਾਰੀ ਵਾਸਤੇ, ਦੂਜਾ ਘੋੜਾ ਬਾਬਾ ਗੁਰਦਿੱਤਾ ਜੀ ਨੂੰ, ਤੀਜਾ ਘੋੜਾ ਪਹਿੰਦੇ ਖਾਂ ਨੂੰ ਦੇ ਦਿੱਤਾ। ਇਸੇ ਤਰ੍ਹਾਂ ਚੌਥਾ ਘੋੜਾ ਬਾਬਾ ਵਿਧੀ ਚੰਦ ਜੀ ਨੂੰ, ਪੰਜਵਾਂ ਘੋੜਾ ਹਲੇ ਤਵੇਲੇ ਦੇ ਵਿੱਚ ਬੰਨਿਆ ਹੋਇਆ। ਉਸ ਘੋੜੇ ਦੀ ਕਿਸੇ ਦੇ ਉੱਪਰ ਬਖਸ਼ਿਸ਼ ਨਹੀਂ ਹੋਈ। ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ ਮੈਂ ਘੋੜੇ ਦੀ ਮੰਗ ਕਰਾਂ। ਸਾਧ ਸੰਗ ਸਤਿਗੁਰੂ ਜੀ ਜਾਣਗੇ ਘੜ ਘੜ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਜਾਣਗੇ ਕਿ ਭਾਈ ਗੋਪਾਲੇ ਨੇ ਘੋੜੇ ਦਾ ਖਿਆਲ ਕਰ ਲਿਆ। ਉਸੇ ਤਰ੍ਹਾਂ ਸਤਿਗੁਰੂ ਜੀ ਸਾਧ ਸੰਗ ਬੈਠ ਗਏ। ਹੁਣ ਸਾਧ ਸੰਗ ਪਾਠ ਕਰਦਿਆਂ ਕਰਦਿਆਂ ਭਾਈ ਗੋਪਾਲਾ ਸ਼ਲੋਕ ਤੇ ਪਹੁੰਚਿਆ। ਜਿਨੀ ਨਾਮ ਧਿਆਇਆ ਗਏ ਮਸਾਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਜਦੋਂ ਪਾਠ ਦੀ ਸਮਾਪਤੀ ਕੀਤੀ ਉਸ ਸਮੇਂ ਮੇਰੀ ਪੀਰ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਗੋਪਾਲਾ ਜੇ ਅੱਜ ਘੋੜੇ ਦਾ ਨਾਂ ਖਿਆਲ ਕਰਦਾ, ਅੱਜ ਤੈਨੂੰ ਗੁਰਤਾ ਗੱਦੀ ਦਾ ਤਿਲਕ ਹੀ ਬਖਸ਼ ਦੇਣਾ ਸੀ, ਪਰ ਤੈਂ ਘੋੜੇ ਦਾ ਖਿਆਲ ਕੀਤਾ। ਜਾਂ ਗੁਰਸਿੱਖਾ ਤੈਨੂੰ ਘੋੜੇ ਦੀ ਵੀ ਬਖਸ਼ਿਸ਼ ਕਰ ਦਿੱਤੀ, ਜਾਂ ਤੇਰਾ ਜਨਮ ਮਰਨ ਵੀ ਕੱਟਿਆ ਗਿਆ। ਭਾਵ ਕਿ ਇੱਕ ਜਪਜੀ ਸਾਹਿਬ ਦਾ ਪਾਠ ਸੁਣਾ ਕੇ ਭਾਈ ਗੋਪਾਲੇ ਨੇ ਘੋੜੇ ਦੀ ਵੀ ਬਖਸ਼ਿਸ਼ ਕਰਾ ਲਈ, ਆਪਣਾ ਜਨਮ ਮਰਨ ਵੀ ਕਟਾ ਲਿਆ। ਇਸੇ ਤਰ੍ਹਾਂ 7ਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਸਾਧ ਸੰਗ ਦੁਪਹਿਰ ਦਾ ਸਮੇਂ ਪਲੰਘ ਤੇ ਵਿਰਾਜਮਾਨ ਨੇ। ਹੁਣ ਸੰਗਤਾਂ ਦਾ ਜਥਾ ਸਾਧ ਸੰਗਤ ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਸੰਗਤਾਂ ਪੜ੍ਹਦੀਆਂ ਆ ਰਹੀਆਂ ਨੇ। ਜਦੋਂ ਸਤਿਗੁਰਾਂ ਦੇ ਕੰਨਾਂ ਦੇ 'ਚ ਬਾਣੀ ਦੀ ਆਵਾਜ਼ ਪਈ, ਹਰ ਵਰਾਏ ਜਬ ਨਿੰਦਰਾ ਤਿਆਗੀ, ਪਾਟੀ ਚੋਟ ਗੋਡ ਮਹਿ ਲਾਗੀ। ਉਬੜ ਵੜਾ ਕੇ ਸਤਿਗੁਰੂ ਜੀ ਉੱਠੇ। ਸਤਿਗੁਰਾਂ ਦਾ ਸਾਧ ਸੰਗਤ ਪਲੰਗੇ ਦੇ ਪਾਵੇ ਦੇ ਨਾਲ ਗੋਡਾ ਲੱਗਿਆ, ਗੋਡੇ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਨਾਲ ਦੇ ਸੇਵਾਦਾਰ ਬੜੇ ਹੈਰਾਨ ਚਰਜ ਹੋਏ, ਕਹਿਣ ਲੱਗੇ, ਮਹਾਰਾਜ ਕੀ ਗੱਲ ਆਪ ਜੀ ਅੱਜ ਉਬੜ ਵੜਾ ਕੇ ਉੱਠੇ ਹੋ? ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਜਦੋਂ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪਈ, ਅਸੀਂ ਇੱਕ ਲਖਤ ਪਲੰਗੇ ਤੋਂ ਉੱਠੇ, ਕਾਹਲੀ ਛੇਤੀ ਦੇ ਨਾਲ ਖਿਆਲ ਨਹੀਂ ਕੀਤਾ, ਸਾਡਾ ਸੋ ਗੋਡਾ ਪਲੰਗੇ ਦੇ ਪਾਵੇ ਦੇ ਨਾਲ ਲੱਗਿਆ, ਜਿਸ ਕਰਕੇ ਭਾਈ ਤਾਂ ਖੂਨ ਨਿਕਲਿਆ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਆਪ ਗੁਰੂ ਇਤਨਾ ਸਤਿਕਾਰ ਬਾਣੀ ਦਾ ਕਰ ਰਹੇ ਹੋ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਜਿਤਨਾ ਵੀ ਸਤਿਕਾਰ ਕੀਤਾ ਜਾਵੇ ਉਤਨਾ ਹੀ ਥੋੜ੍ਹਾ ਹੈ। ਇਸੇ ਤਰ੍ਹਾਂ ਸਾਧ ਸੰਗ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਵਚਨ ਕੀਤਾ ਸੀ ਅਨੰਦਪੁਰ ਸਾਹਿਬ ਜਦੋਂ ਸਿੱਖ ਬਾਣੀ ਦਾ ਪਾਠ ਕਰਿਆ ਸੀ, ਦੱਖਣੀ ਓਂਕਾਰ ਦਾ ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ ਦੀ ਜਗ੍ਹਾ ਕੇ ਕਹਿ ਦਿੱਤਾ ਸੀ। ਸਤਿਗੁਰਾਂ ਨੇ ਤਾੜਨਾ ਕਰਵਾਈ ਸੀ। ਉਸ ਸਮੇਂ ਗੁਰਸਿੱਖਾਂ ਨੇ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਜ਼ਿਆਦਾ ਸਾਨੂੰ ਬਾਣੀ ਦੇ ਅਰਥ ਸੁਣਾਓ, ਤਾਂ ਹੀ ਸਾਨੂੰ ਮਹਾਰਾਜ ਪਤਾ ਲੱਗੇਗਾ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਹੁਣ ਸਮਾਂ ਭਾਈ ਜੰਗਾਂ ਯੁੱਧਾਂ ਦਾ ਹੈ, ਫਿਰ ਕਿਤੇ ਸਮਾਂ ਆਊਗਾ ਅਸੀਂ ਤੁਹਾਨੂੰ ਗੁਰਬਾਣੀ ਦੇ ਅਰਥ ਕਰਕੇ ਸੁਣਾਵਾਂਗੇ। ਉਹ ਸਮੇਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰਕੇ ਸਾਨੂੰ ਬਾਣੀ ਦੇ ਅਰਥ ਸੁਣਾਓ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 25 ਸਿੰਘਾਂ ਦਾ ਜਥਾ ਕਰਤਾਰਪੁਰ ਭੇਜਿਆ। ਸਾਧ ਸੰਗ ਬਾਬਾ ਧੀਰਮਲ ਜੀ ਦੇ ਪਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸਾਧ ਸੰਗ ਲਿਖਵਾਉਣਾ ਕੀਤਾ ਸੀ ਕਿ ਗੁਰਸਿੱਖੋ ਜਾਓ ਪਹਿਲਾਂ ਸਰੂਪ ਲੈ ਕੇ ਆਓ। 25 ਸਿੰਘ ਗਏ। ਸਾਧ ਸੰਗ ਕਰਤਾਰਪੁਰ ਬਾਬਾ ਧੀਰਮਲ ਜੀ ਨੂੰ ਮਿਲੇ। ਸਾਧ ਸੰਗ ਜਵਾਬ ਦੇ ਦਿੱਤਾ। ਗੁਰਸਿੱਖ ਵਾਪਸ ਆ ਗਏ। ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਸਰੂਪ ਨਹੀਂ ਲੈ ਕੇ ਆਏ? ਕਹਿਣ ਲੱਗੇ, ਮਹਾਰਾਜ ਬਾਬਾ ਧੀਰਮਲ ਜੀ ਨੇ ਜਵਾਬ ਦੇ ਦਿੱਤਾ ਹੈ। ਇਹ ਗੱਲ ਕਹੀ ਹੈ ਕਿ ਬਾਣੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਸਤਿਗੁਰੂ ਜੀ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੈ, ਉਹ ਆਪ ਬਾਣੀ ਉਚਾਰਨ ਕਰਕੇ ਲਿਖਵਾ ਲੈਣ। ਫਿਰ ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗ ਭਾਈ ਮਣੀ ਸਿੰਘ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ ਇਹ ਸੇਵਾ ਬਖਸ਼ੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰਿਆ ਕਰਦੇ ਅਤੇ ਨਾਲ ਦੀ ਨਾਲ ਭਾਈ ਮਣੀ ਸਿੰਘ ਜੀ ਸਾਧ ਸੰਗ ਲਿਖੀ ਜਾਇਆ ਕਰਦੇ ਸਨ। ਅਤੇ ਉਸੇ ਬਾਣੀ ਦੀ ਸ਼ਾਮ ਦੇ ਵਕਤ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀ ਕਥਾ ਸਾਧ ਸੰਗ ਸੰਗਤਾਂ ਨੂੰ
ਗੁਰਸਿੱਖਾਂ ਨੂੰ ਸੁਣਾਇਆ ਕਰਦੇ, ਕਿਉਂਕਿ ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਇਸ ਤਰ੍ਹਾਂ ਸਾਧ ਸੰਗ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਤਿਆਰ ਕਰਵਾਏ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀ ਬਾਣੀ ਦਰਜ ਕਰਵਾਈ। ਸੋ ਇਸੇ ਤਰ੍ਹਾਂ ਸਾਧ ਸੰਗ ਗੁਰਬਾਣੀ ਦੀ ਕਥਾ ਸੁਣ ਕਰਕੇ 48 ਸਿੰਘ ਸਾਧ ਸੰਗ ਵਧੇ ਹੋ ਗਏ, ਜਿਨ੍ਹਾਂ ਨੂੰ ਸਰੀਰ ਦੀ ਸੁੱਧ ਬੁੱਧ ਭੁੱਲ ਗਈ। ਉਸ ਸਮੇਂ ਸਾਧ ਸੰਗ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਭਾਈ ਮਣੀ ਸਿੰਘ ਨੂੰ ਕਹਿਣ ਲੱਗੇ, ਮਣੀ ਸਿਆਂ, ਜਿਨ੍ਹਾਂ ਦੇ 'ਚ ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ ਜੀ ਸਨ ਸਾਧ ਸੰਗ। ਭਾਈ ਮਣੀ ਸਿੰਘ ਨੂੰ ਕਹਿਣ ਲੱਗੇ, ਭਾਈ ਮਣੀ ਸਿਆਂ, ਤੇਤੋਂ ਤਾਂ ਹਲੇ ਗੁਰੂ ਘਰ ਦੀ ਬਹੁਤ ਸੇਵਾ ਲੈਣੀ। ਭਾਈ ਮਣੀ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੋ ਆਨੰਦ ਆ ਸਰੂਰ ਪ੍ਰਾਪਤ ਹੋਇਆ ਬਣਿਆ ਰਹੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖਾ, ਚਾਹੇ ਤੇਰਾ ਬੰਦ ਵੀ ਕੱਟਿਆ ਜਾਵੇ ਤਾਂ ਵੀ ਤੈਨੂੰ ਇਹ ਸਰੂਰ, ਇਹ ਆਨੰਦ ਵਿਸਰੇਗਾ ਨਹੀਂ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸੋਤੋਂ ਵੀ ਗੁਰੂ ਘਰ ਦੀ ਸੇਵਾ ਲੈਣੀ ਹੈ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੋ ਆਪ ਜੀ ਦੇ ਮੁਖਾਰ ਵਿੰਦ ਤੋਂ ਗੁਰਬਾਣੀ ਦੀ ਕਥਾ ਸਰਵਣ ਕਰਕੇ ਇਹ ਆਨੰਦ ਪ੍ਰਾਪਤ ਹੋਇਆ, ਇਹ ਮਹਾਰਾਜ ਬਣਿਆ ਰਹੇ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਸਨ, ਆਉਣ ਵਾਲੇ ਸਮੇਂ ਦੀ ਵਾਰਤਾ ਨੂੰ ਜਾਣਦੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਚਾਹੇ ਤੇਰਾ ਸੀਰ ਧੜ ਤੋਂ ਲਹਿਦਾ ਵੀ ਹੋ ਗਿਆ ਤਾਂ ਵੀ ਤੈਨੂੰ ਇਹ ਆਨੰਦ ਵਿਸਰੇਗਾ ਨਹੀਂ। ਸੋ ਇਸ ਤਰ੍ਹਾਂ ਸਾਧ ਸੰਗ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਸਰੂਪ ਤਿਆਰ ਕਰਵਾਏ। ਫਿਰ ਸਮਾਂ ਆਇਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ ਹਜੂਰ ਸਾਹਿਬ ਪਹੁੰਚੇ। ਸਮਾਂ ਆਇਆ, ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰੇ ਖਾਲਸੇ ਪੰਥ ਨੂੰ ਸਾਧ ਸੰਗ ਇਕੱਠਿਆਂ ਕੀਤਾ ਹੈ। ਗੁਰਸਿੱਖਾਂ ਨੂੰ ਹੁਕਮ ਕੀਤਾ, ਗੁਰਸਿੱਖੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਗੁਰਸਿੱਖੋ ਸੋਨੂੰ ਗੁਰਬਾਣੀ ਜਾਗਦੀ ਜੋਤ ਦੇ ਲੜ ਲਾਉਣ ਲੱਗੇ ਆ, ਕਿਉਂਕਿ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀ ਸਜੈ ਵਰਤ ਗੋਰ ਮੜੀ ਮਟ ਭੂਲ ਨਾ ਮੰਨ। ਕਿ ਗੁਰਸਿੱਖੋ ਭੁੱਲ ਕੇ ਵੀ ਮੜੀਆਂ ਮਸਾਣੀਆਂ ਨੂੰ ਗੁੱਗੇ ਭੈਰੋਂ ਨੂੰ ਨਹੀਂ ਮੰਨਣਾ ਹੈ। ਜਦੋਂ ਵੀ ਤੁਸੀਂ ਊਟ ਆਸਰਾ ਲੈਣਾ, ਗੁਰਬਾਣੀ ਦਾ ਊਟ ਆਸਰਾ ਲੈਣਾ। ਜਦੋਂ ਵੀ ਤੁਸੀਂ ਕੋਈ ਕਾਰਜ ਕਰਨਾ, ਖੁਸ਼ੀ ਦਾ ਕਾਰਜ ਕਰਨਾ, ਗਮੀ ਦਾ ਕਰਨਾ, ਵਣਜ ਵਪਾਰ ਦਾ ਕਰਨਾ, ਉਸ ਸਮੇਂ ਊਟ ਆਸਰਾ ਗੁਰਬਾਣੀ ਦਾ ਲੈ ਕਰਕੇ ਉਸ ਕਾਰਜ ਨੂੰ ਕਰਨਾ ਹੈ। ਕਿਉਂਕਿ ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਜਦੋਂ ਤੁਸੀਂ ਊਟ ਆਸਰਾ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੈ ਕਰਕੇ ਉਸ ਕਾਰਜ ਨੂੰ ਕਰੋਗੇ ਤਾਂ ਫਿਰ ਤੁਹਾਡੇ ਸਾਰੇ ਕਾਰਜ ਰਾਸ ਆ ਜਾਣ। ਕਿਉਂਕਿ ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ। ਤੁਹਾਡਾ ਫਿਰ ਬਾਲ ਵੀ ਵਿੰਗਾ ਨਹੀਂ ਹੋਵੇਗਾ। ਜਿਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਸਾਨੂੰ ਜਾਗਦੀ ਜੋਤ ਗੁਰਬਾਣੀ ਦੇ ਲੜ ਲਾਉਣਾ ਕੀਤਾ ਭਾਈ, ਅੱਗੋਂ ਵਾਸਤੇ ਬਾਣੀ ਦਾ ਵਾਧੂ ਸਤਿਕਾਰ ਕਰਨਾ। ਕਿਉਂਕਿ ਜਿਹੜਾ ਸਰੀਰ ਹੈ ਨਾਸਵੰਤ ਹੋਇਆ ਕਰਦਾ, ਕਿਉਂਕਿ ਪੰਜਾਂ ਤੱਤਾਂ ਦਾ ਸਰੀਰ ਹੈ ਸਭ ਦਾ, ਚਾਹੇ ਕੋਈ ਮਰਜ਼ੀ ਹੈ। ਜਿਸ ਕਰਕੇ ਸਤਿਗੁਰੂ ਜੀ ਕਹਿੰਦੇ, ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾ ਹੈ। ਦੇਹਾਂ ਦਾ ਸਦਾ ਵਾਸਤੇ ਮਿਲਾਪ ਨਹੀਂ ਰਹਿੰਦਾ, ਪਰ ਜਿਹੜਾ ਸ਼ਬਦ ਹੈ ਗੁਰਬਾਣੀ ਹੈ, ਸਤਿਗੁਰੂ ਜੀ ਕਹਿੰਦੇ ਰਹਿੰਦੀ ਦੁਨੀਆ ਤੱਕ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਜਿਸ ਤਰ੍ਹਾਂ ਅੰਧੇਰੇ ਨੂੰ ਦੂਰ ਕਰਨ ਵਾਸਤੇ ਸਾਧ ਸੰਗ ਰੋਸ਼ਨੀ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਧ ਸੰਗ ਸਾਨੂੰ ਬਾਣੀ ਬਖਸ਼ੀ ਹੈ। ਸੋ ਜੋ ਬਾਣੀ ਚੰਨ ਮਨਾਰੇ ਦਾ ਕੰਮ ਦਿੰਦੀ, ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਿਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜਾਗਦੀ ਜੋਤ ਗੁਰਬਾਣੀ ਦੇ ਲੜ ਲਾਇਆ ਤੇ ਹੁਕਮ ਵੀ ਇਹੀ ਕੀਤਾ ਹੈ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ,
ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ ਸੋਨੂੰ ਜਾਗਦੀ ਜੋਤ ਗੁਰਬਾਣੀ ਦੇ ਲੜ ਲਾਇਆ। ਅੱਗੋਂ ਵਾਸਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਸਾਡੇ ਮਨ ਦੇ ਵਿੱਚ ਖਿਆਲ ਹੋਵੇਗਾ ਅਸੀਂ ਗੁਰੂ ਦੇ ਦਰਸ਼ਨ ਕਰੀਏ, ਫਿਰ ਦਰਸ਼ਨ ਕਿਹਦੇ ਕਰਾਂਗੇ। ਜੇ ਮਮ ਚਾਹੇ ਕਰਨ ਕੀ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਜਦੋਂ ਆ ਕਰਕੇ ਕੁਛ ਤੁਸੀਂ ਗੁਰੂ ਦਰਬਾਰ ਦੇ ਵਿੱਚ ਬੈਠੋਗੇ, ਗੁਰਬਾਣੀ ਸੁਣੋਗੇ, ਸਮਝ ਲਓ ਸਾਡੇ ਬਚਨ ਸਰਵਣ ਕਰੋਗੇ। ਗੁਰਬਾਣੀ ਨੂੰ ਸਾਡਾ ਸਰੂਪ ਜਾਣਨਾ ਹੈ। ਸੋ ਜਿਸ ਕਰਕੇ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਹੀ ਹੁਕਮ ਵਾਸਿਆ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਦੀ। 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 ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਥਾ। ਗੁਰਬਾਣੀ ਕੈ ਸੇਵਕ ਜਨ ਮਨ, ਤਕ ਗੁਰੂ ਨਿਸਤਾਰੇ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸਾਨੂੰ ਬਾਣੀ ਦੇ ਲੜ ਲਾਇਆ, ਜਿਸ ਕਰਕੇ ਬਾਣੀ ਬਾਣਾ ਖੰਭ ਪਛਾਨੋ, ਸਿੱਖ ਰੂਪ ਕੋ ਪੰਛੀ ਜਾਨੋ। ਜਿਸ ਤਰ੍ਹਾਂ ਪੰਛੀ ਦੋ ਖੰਭਾਂ ਦੇ ਨਾਲ ਡਾਰੀ ਮਾਰ ਕਰਕੇ ਸਾਧ ਸੰਗਤ ਕਿਤੇ ਦੀ ਕਿਤੇ ਚੱਲਿਆ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਸਿੱਖ ਬਾਣੀ ਤੇ ਬਾਣੀ ਦਾ ਧਾਰਨੀ ਬਣ ਜਾਂਦਾ ਤਾਂ ਭਾਈ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ। ਇਸੇ ਤਰ੍ਹਾਂ ਸਾਧ ਸੰਗਤ ਸੱਚਖੰਡ ਵਾਸੀ ਨਾਮ ਦੇ ਰਸੀਏ ਤਤ ਵੇਤੇ ਮਹਾਂਪੁਰਖ ਧੰਨ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਨਗਰਾਂ ਸ਼ਹਿਰਾਂ ਦੇਸਾਂ ਵਿਦੇਸਾਂ ਦੇ ਜਾ ਕਰਕੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੋੜਿਆ। ਲੱਖਾਂ ਪ੍ਰਾਣੀਆਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਸਾਧ ਸੰਗਤ ਚੜਾਉਣਾ ਕੀਤਾ ਹੈ। ਸੋ ਆਓ ਸਾਰੀਆਂ ਸੰਗਤਾਂ ਦਾ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਭਾਈ ਧੰਨਵਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੋਰ ਵੱਧ ਚੜ੍ਹ ਕੇ, ਕਿਉਂਕਿ ਭਾਈ ਗੁਰਦਾਸ ਜੀ ਵਚਨ ਕਰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਅਸੀਂ ਸਦਕੇ ਘੋਲੀ ਜਾਂਦੇ ਹਾਂ ਜਿਹੜੇ ਗੁਰਸਿੱਖ ਇਸ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਉਂਦੇ ਸ਼ਰਧਾ ਭਾਵਨਾ ਦੇ ਨਾਲ। ਸੋ ਆਓ ਸਾਧ ਸੰਗਤ ਹੁਣ ਰਹਿੰਦਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਸੰਤ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਰਾੜਾ ਸਾਹਿਬ ਰਹਿ ਕਰਕੇ ਬੜੀ ਅਣਥੱਕ ਦੋਵੇਂ ਮਹਾਂਪੁਰਖਾਂ ਦੀ ਸੇਵਾ ਕੀਤੀ, ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸੋ ਆਓ ਹੁਣ ਉਹਨਾਂ ਤੋਂ ਮਹਾਂਪੁਰਖਾਂ ਤੋਂ ਕਮਾਏ ਹੋਏ ਵਚਨ ਸਰਵਣ ਕਰਕੇ ਆਪਾਂ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲੇ ਬਣਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।